ਤੇ ਡਾਕਟਰ ਸਾਹਿਬ, ਇੱਕ ਜਿਹੜਾ ਕ੍ਰਾਈਮ ਵਾਲਾ ਤੁਹਾਡੇ ਕੋਲ ਸਾਈਬਰ ਕ੍ਰਾਈਮ ਦਾ ਹੈ, ਉਹ ਪਹਿਲੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ, ਕਿਸ ਤਰ੍ਹਾਂ ਦੇ ਕੇਸਿਸ ਤੁਹਾਡੇ ਕੋਲ ਆ ਰਹੇ? क्या लोग समझ नहीं रहे, थोड़े ਜਿਹੇ ਲਾਲਚ ਆ ਕੇ ਉਹ ਫਸ ਜਾਂਦੇ हैं? व्हाट इज़ दैट? ਥੋੜਾ ਜਿਹਾ क्या ਮੈਸੇਜ ਦੇਣਾ ਚਾਹੋਗੇ? देखिए, मैं ਤੁਹਾਡੇ ਰਾਹੀਂ ਵੀ ਇਹੀ ਸ਼ੇਅਰ ਕਰਨਾ ਚਾਹਾਂਗੀ ਕਿ ਫੋਨ ਤੇ ਤਾਂ ਕੋਈ ਇਦਾਂ ਦੀ ਸ਼ੇਅਰ ਕਰਨੀ ਹੀ ਨਹੀਂ। ਆਪਣੀ ਬੈਂਕ ਨਾਲ ਕਨਫਰਮ ਕਰੋ ਉਹ ਚੀਜ਼ ਕਿ ਸੋ ਐਂਡ ਸੋ ਹੋਇਆ ਹੈ ਕਿ ਔਰ फ़ोन ਤੇ ਨਹੀਂ ਫਿਰ ਵੀ ਸ਼ੇਅਰ ਕਰਨੀ। ਆਪਣੀ ਅਗਰ ਕੋਈ ਚੀਜ਼ ਹੈਗੀ ਤਾਂ ਬੈਂਕ 'ਚ ਜਾ ਕੇ ਸ਼ੇਅਰ ਕਰੋ, ਬੈਂਕ ਪ੍ਰੋਪਰ ਪੇਪਰ ਵਰਕ ਕਰਕੇ ਉਹ ਚੀਜ਼ ਤੁਸੀਂ ਸ਼ੇਅਰ ਕਰੋ ਤੇ ਤਾਂ ਹੀ ਬਚਾਏ। ਉਹ ਮੈਸੇਜ ਦੇਣਾ ਚਾਹਾਂਗੀ ਕਿ ਤੁਹਾਨੂੰ ਇਹ ਤੁਹਾਡੇ ਲਈ ਹੀ ਅਸੀਂ ਵਿਮਨ ਹੈਲਪ ਡੈਸਕ ਸ਼ੁਰੂ ਕੀਤੇ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਨਹੀਂ ਤਾਂ ਇੱਕ ਜਨਰਲ ਪਰਸੈਪਸ਼ਨ ਹੁੰਦੀ ਹੈ ਪਬਲਿਕ ਵਿੱਚ ਕਿ ਨਹੀਂ ਲੇਡੀਜ਼ ਥਾਣੇ ਨਹੀਂ ਜਾ ਸਕਦੀਆਂ ਹੈਗੀਆਂ। ਕਿ ਅਸੀਂ ਇੱਕ ਨਾਲੇ ਸਪੈਸ਼ਲ ਰੂਮ, ਜਿੱਥੇ ਸਾਡੇ ਕੋਲ ਸਾਂਝ ਕੇਂਦਰ ਹੈ, ਉੱਥੇ ਅਸੀਂ ਸਾਂਝ ਕੇਂਦਰ 'ਚ ਹੈਲਪ ਡੈਸਕ ਬਣਾਇਆ ਹੈ, ਜਿੱਥੇ ਅਸੀਂ ਪੁਲਿਸ 'ਚ ਇੱਕ ਸੈਪਰੇਟ ਰੂਮ 'ਚ ਹੈਲਪ ਡੈਸਕ ਬਣਾਇਆ ਹੈ। ਤੇ ਤੁਹਾਨੂੰ ਬੇਫਿਕਰ ਹੋ ਕੇ ਤੁਸੀਂ ਥਾਣੇ ਆਓ ਤੇ ਤੁਸੀਂ ਆਪਣੀ ਕੰਪਲੇਂਟਸ ਦਿਓ, ਜਿਹੜੀਆਂ ਕਿ ਇਮੀਡੀਏਟ ਹੈਂਡਲ ਹੋਣਗੇ। ਅਗਰ तो किसी भी चाइल्ड या सीनियर सिटीजन ਨੂੰ ਕੋਈ ਪ੍ਰੋਬਲਮ ਹੈ, ਉਹ ਕੰਪਲੇਂਟ ਸ਼ੇਅਰ ਕਰਨਾ ਚਾਹੁੰਦਾ ਹੈ, ਉਹ ਕਾਈਂਡਲੀ 112 ਤੇ 181 ਤੇ ਕਾਲ ਕਰ ਸਕਦੇ ਹੈ। ਦੋਨੋਂ ਨੰਬਰਸ ਅਵੇਲੇਬਲ ਨੇ ਔਰ ਦੋਨੋਂ ਨੰਬਰਸ ਦੇ ਥਰੂ ਡਾਇਰੈਕਟਲੀ ਉਹਨਾਂ ਦੇ PPMM ਦੈਟ ਮੀਨਸ ਉਹਨਾਂ ਦੇ ਪੁਲਿਸ ਸਟੇਸ਼ਨ ਕੰਪਲੇਂਟ ਡਾਇਰੈਕਟਲੀ ਪਹੁੰਚ ਜਾਏਗੀ, ਉਹਨਾਂ ਨੂੰ ਇਮੀਡੀਏਟ ਕੰਟੈਕਟ ਕੀਤਾ ਜਾਏਗਾ। D4U न्यूज़ देख रहे तमाम दोस्तों को दीपक भंडारी का नमस्कार। पंजाब पुलिस की ओर से एक विशेष कार्यक्रम शुरू किया गया है, जिसमें बच्चों, महिलाओं और सीनियर सिटीजन पर जो भी जुल्म हो रहे हैं या वो खुद को अकेला महसूस कर रहे हैं या उन्हें किसी भी तरह की कोई मुश्किल है, तो वह पुलिस के पास आएँ और उन्हें वहाँ पर दोस्ताना रवैया मिले। यहाँ जनवरी में भी एक कार्यक्रम शुरू किया गया था, जिसे महिला मित्र का नाम दिया गया था और तमाम थानों में एक वुमेन सेल बनाए गए थे। जब कभी भी महिला, सीनियर सिटीजन या बच्चे वहाँ पर आएँ, उनकी बात प्राथमिकता से सुनी जाए और उसे हल करने के प्रयास किए जाएँ। अब ये ओल्ड एज होमों में भी होम्स में जाकर पंजाब पुलिस की ओर से एक विशेष अभियान चलाया गया है। हमारे साथ हैं ACP साइबर क्राइम डॉक्टर मनप्रीत कौर शीमार। इनसे बात करते हैं कि आखिर ये क्या है, पूरा कार्यक्रम क्या है और किस तरह के केसेस इनके सामने आ रहे हैं। नमस्कार मैडम। नमस्कार मैडम, थोड़ा तो पहले इसके बारे में आप थोड़ा बता दीजिए, प्रोग्राम है क्या और क्यों शुरू किया गया था और किस तरह की ये लोग प्रॉब्लम्स फेस कर रहे हैं? हमने बेसिकली हर थाने में विमेन हेल्प डेस्क शुरू किए हैं, जिसे हम PPMM कहते हैं। PPMM का मतलब है पंजाब पुलिस महिला मित्र। ये इनका बेसिक ऑब्जेक्टिव ये है कि अगर कोई महिला या बच्चे या कोई सीनियर सिटीज़न थाने में कंप्लेंट लेके आता है, तो सबसे पहले ये उन्हें डील करें। दैट मीन्स कि उन्हें थाने में कॉर्डियल मतलब एटमॉस्फेयर मिले। ये हमारा बेसिक मोटिव है। इसका आपको क्या लग रहा है कि क्या रिजल्ट इसके सामने आ रहे हैं? ਇਹਦੇ ਸਾਨੂੰ ਕਾਫੀ ਫੀਡਬੈਕ ਵੀ ਬਹੁਤ ਵਧੀਆ ਆ ਰਹੇ ਨੇ। ਇਹਦੇ ਵਿੱਚ ਕੀ ਹੁਣ ਅਸੀਂ ਸਾਡੇ 'ਚ ਜਿਹੜੇ ਬੈਟਰ ਰਿਜ਼ਲਟ ਇਹ ਹੋ ਰਿਹਾ ਬਿਕੋਜ਼ ਜਿਹੜੀ ਵੀ ਕੰਪਲੇਂਟਸ ਹੈ, ਪਹਿਲਾਂ ਤਾਂ 10 ਦੀ ਕੰਪਲੇਂਟਸ ਆਨਲਾਈਨ ਨਹੀਂ ਚੜ੍ਹਦੀਆਂ ਹੁੰਦੀਆਂ ਸੀ, ਹੁਣ ਇਹ ਬਿਕੋਜ਼ ਕੰਪਲੀਟਲੀ ਆਨਲਾਈਨ ਹੈ ਤੇ ਜਦੋਂ ਹੀ ਕੋਈ ਕੰਪਲੇਂਟ ਲੈ ਕੇ ਆਏਗਾ ਸਾਡੇ ਕੋਲ, ਉਹ ਇਮੀਡੀਏਟਲੀ ਆਨਲਾਈਨ ਚੜ੍ਹ ਜਾਂਦੀਆਂ, ਜਿਹੜਾ ਕਿ PPMM ਲੈਵਲ ਤੋਂ ADG ਲੈਵਲ ਤੱਕ ਕੰਪਲੇਂਟਸ ਚੈੱਕ ਹੋ ਸਕਦੀਆਂ ਕਿ ਤੁਹਾਡੀ ਕੰਪਲੇਂਟਸ ਦੀ ਪੈਂਡੈਂਸੀ ਕੀ ਚੱਲ ਰਹੀ ਹੈ। ਦੈਟ ਮੀਨਸ ਕਿ ਤੁਹਾਨੂੰ ਇੱਕ ਟਾਈਮ ਬਾਉਂਡ ਤਰੀਕੇ ਨਾਲ ਕੰਪਲੇਂਟਸ ਹੈਂਡਲ ਹੋਣਗੀਆਂ, ਜਿਹਦੇ ਵਿੱਚ ਲੋਕਾਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ। ਅੱਛਾ, ਇੱਕ ਮੈਡਮ ਪਹਿਲੇ ਸ਼ੁਰੂ ਕੀਤਾ ਗਿਆ ਸੀ ਕਿ ਲੇਡੀਜ਼ ਵਾਸਤੇ ਇੱਕ ਅਲੱਗ ਹੈਲਪਲਾਈਨ ਸੀਗੀ, ਫਿਰ ਮਰਜ ਕਰ ਦਿੱਤਾ ਗਿਆ। ਉਹਦਾ ਕਿੰਨੀ ਕੁ ਮੁਸ਼ਕਲ ਆਈ ਸੀਗੀ ਤੇ ਕਿਆ ਹੁਣ ਮਰਜ ਤੋਂ ਦੁਬਾਰਾ ਫਿਰ ਇੱਕ ਕੋਈ ਸਪੈਸ਼ਲ ਲੇਡੀਜ਼ ਵਾਸਤੇ ਹੈਲਪਲਾਈਨ ਸ਼ੁਰੂ ਕਰਤੀ ਗਈ ਹੈ? ਹੁਣ ਦੁਬਾਰਾ CM ਸਰ ਨੇ 8 ਮਾਰਚ ਨੂੰ 181 ਸਾਂਝ ਸ਼ਕਤੀ ਹੈਲਪਲਾਈਨ ਦੁਬਾਰਾ ਲਾਂਚ ਕੀਤੀ ਹੈ। ਇਹਦੇ ਵਿੱਚ ਹੁਣ ਲੇਡੀਜ਼ ਲਈ ਬਹੁਤ ਵਧੀਆ ਹੋ ਗਿਆ ਹੈ ਕਿ ਹੁਣ ਜਿਹੜੀ 112 ਤੇ ਵੀ ਕੰਪਲੇਂਟਸ ਲੈਟਸ ਸੇ ਲੇਡੀਜ਼ ਕਰਦੀਆਂ ਆ, ਉਹ ਵੀ ਕੰਪਲੇਂਟਸ ਅਗਰ ਲੇਡੀਜ਼ ਰਿਲੇਟਡ ਹੈ ਤਾਂ ਆਪਣੇ ਆਪ ਹੀ 181 ਤੇ ਰਾਊਟ ਹੋ ਜਾਣਗੀਆਂ। ਉਹਨਾਂ ਨੂੰ ਕੋਈ ਸਪੈਸੀਫਿਕਲੀ 181 ਤੇ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ। ਬਟ ਇਹਦੇ ਨਾਲ ਬੈਟਰ ਇਹ ਹੋ ਗਿਆ ਕਿ ਉਹ 181 ਤੇ ਪ੍ਰੋਪਰ ਕੰਪਲੇਂਟ ਮੈਨੇਜਮੈਂਟ ਹੋਏਗੀ, ਉਹਦੀ ਰਜਿਸਟ੍ਰੇਸ਼ਨ ਪ੍ਰੋਪਰ ਹੋਏਗੀ ਤੇ ਉਹਦੀ ਮੋਨੀਟਰਿੰਗ ਪ੍ਰੋਪਰ ਹੋ ਸਕਦੀ ਹੈ ਕਿ ਲੇਡੀਜ਼ ਦੇ ਰਿਲੇਟਡ ਕਿੰਨੀਆਂ ਕੰਪਲੇਂਟਸ ਆ ਰਹੀਆਂ, ਕਿਹੜੇ ਟਾਈਪ ਦੀਆਂ ਕੰਪਲੇਂਟਸ ਆ ਰਹੀਆਂ। ਉਹਦੇ ਵਿੱਚ ਪੋਲਿਸੀ ਮੈਟਰ ਨੂੰ ਵੀ ਹੈਲਪ ਕਰਦਾ ਕਿ ਓਕੇ ਪਰਟੀਕੂਲਰ ਰੀਜਨ 'ਚ ਕੋਈ ਪਰਟੀਕੂਲਰ ਕੰਪਲੇਂਟਸ ਆ ਰਹੀਆਂ ਜ਼ਿਆਦਾ, ਤਾਂ ਉਹਨੂੰ ਪੋਲਿਸੀ ਕਿੱਦਾਂ ਚੇਂਜ ਕਰਨੀ ਹੈ, ਤਾਂ ਦੈਟ ਇਜ਼ ਰੀਲੀ ਹੈਲਪਫੁਲ। ਅੱਛਾ, ਦੇਖੋ ਕਰੀਬ 2.5 ਮਹੀਨੇ ਦਾ ਅਰਸਾ ਹੋ ਗਿਆ ਜੀ ਤੁਸੀਂ ਜਿਹੜਾ PPM ਸ਼ੁਰੂ ਕੀਤਾ ਸੀਗਾ, ਤੇ ਕਿਸ ਤਰ੍ਹਾਂ ਦੀਆਂ ਕੰਪਲੇਂਟਸ ਲੱਗ ਰਿਹਾ ਤੁਹਾਨੂੰ ਸਾਹਮਣੇ ਆ ਰਹੀਆਂ? ਸਾਡੇ ਕੋਲ ਬਹੁਤ ਵੈਰਾਈਟੀ ਆਫ ਕੰਪਲੇਂਟਸ ਵਿਮਨ ਰਿਲੇਟਡ ਆ ਰਹੀਆਂ, ਜਿਹੜਾ ਬੇਸਿਕ ਕੰਪਲੇਂਟ ਜਿੱਦਾਂ ਕੋਈ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਹੈ ਜਾਂ ਜੋ ਮਾੜਾ ਮੋਟਾ ਝਗੜਾ ਉੱਦਾਂ ਦੀਆਂ ਕੰਪਲੇਂਟਸ ਵੀ ਆ ਰਹੀਆਂ, ਤੇ ਕੁਝ ਸਾਡੇ ਕੋਲ ਰੇਪ ਕੇਸਿਸ ਦੀ ਕੰਪਲੇਂਟ ਵੀ ਆ ਰਹੇ, ਜਿਹੜੇ ਅਸੀਂ ਇਮੀਡੀਏਟਲੀ ਪਰਚੇ ਵੀ ਰਜਿਸਟਰ ਕੀਤੇ ਨੇ। ਇੱਕ ਮੈਂ ਤੁਹਾਡੇ ਨਾਲ ਕੇਸ ਵੀ ਸ਼ੇਅਰ ਕਰਨਾ ਚਾਹੂੰਗੀ, ਜਿੱਦਾਂ ਕੋਈ ਸਾਡੇ ਕੋਲ ਇੱਕ ਪਰਟੀਕੂਲਰ ਕੰਪਲੇਂਟ ਆਈ ਜਦੋਂ ਸਟ੍ਰੇਂਜ ਹਸਬੈਂਡ ਜਿਹੜਾ ਹੈਗਾ ਉਹਨੇ ਲੇਡੀ ਤੋਂ ਬੱਚਾ
ਛਿਨ ਕੇ ਲੈ ਗਿਆ ਤੇ ਲੇਡੀ ਸਾਡੇ ਕੋਲ ਆਈ ਤੇ ਅਸੀਂ ਇਮੀਡੀਏਟਲੀ ਰਿਕਵਰ ਕਰਾਇਆ ਤੇ ਇਦਾਂ ਦੀਆਂ ਕੰਪਲੇਂਟਸ ਅਸੀਂ ਹੈਂਡਲ ਕਰ ਰਹੇ ਹਾਂ ਔਰ ਬਹੁਤ ਵਧੀਆ ਤਰ੍ਹਾਂ ਹੈਂਡਲ ਹੋ ਰਹੀਆਂ। ਅੱਛਾ, ਡੋਮੈਸਟਿਕ ਵਾਇਲੈਂਸ ਦੀਆਂ ਕੁਝ ਐਸੀ ਕੰਪਲੇਂਟਸ ਹੈਗੀਆਂ ਜਿਹੜਾ ਕਿ ਕਿਆ ਤੁਸੀਂ ਕਾਉਂਸਲਿੰਗ ਵੀ ਕਰ ਰਹੇ ਹੋ, ਤੁਹਾਡਾ ਇੱਕ ਇਹ ਵੀ ਪਾਰਟ ਨਾਲ ਹੈ ਜਾਂ ਕੇਸ ਰਜਿਸਟਰ ਕਰਨਾ ਹੀ ਪਾਰਟ ਤੁਹਾਡਾ ਹੈਗਾ? ਨਹੀਂ ਦੇਖੋ ਮੈਂ ਉਹੀ ਤੁਹਾਨੂੰ ਦੱਸ ਰਹੀ ਹਾਂ ਕਿ ਅਲੱਗ-ਅਲੱਗ ਕੇਸ ਦੇ ਲੈਵਲ ਆਫ ਸੀਰੀਅਸਨੈਸ ਤੇ ਡਿਪੈਂਡ ਕਰਦਾ। ਹੁਣ ਜਿੱਦਾਂ ਜਿਹੜੀ ਸਾਡੇ ਕੋਲ ਰੇਪ ਕੇਸ ਦੀ ਕੰਪਲੇਂਟ ਆਈ ਉਹ ਅਸੀਂ ਇਮੀਡੀਏਟਲੀ SHO ਦੇ ਧਿਆਨ 'ਚ ਲਿਆ ਕੇ ਉਹਨਾਂ ਨੂੰ ਇਮੀਡੀਏਟਲੀ ਕੇਸ ਰਜਿਸਟਰ ਕਰਦੇ ਹਾਂ। ਜਿਹੜੀ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਹੈ, ਲੈਟਸ ਸੇ ਕਿ ਲੇਡੀ ਨੂੰ ਇਮੀਡੀਏਟਲੀ ਮੈਡੀਕਲ ਹੈਲਪ ਦੀ ਵੀ ਲੋੜ ਹੈ, ਉਹ ਵੀ ਇਮੀਡੀਏਟਲੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਉਹਦੇ ਅਕੋਰਡਿੰਗਲੀ। ਪਲੱਸ ਲੈਟਸ ਸੇ ਡੋਮੈਸਟਿਕ ਵਾਇਲੈਂਸ ਨਹੀਂ ਹੈ, ਥੋੜ੍ਹਾ ਮੋਟਾ ਉੱਦਾਂ ਮਨਮੁਟਾਵ ਹੈ ਜਾਂ ਝਗੜਾ ਹੋਇਆ ਹੈ, ਉਹਦੇ ਵਿੱਚ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਜਾਂ ਅਕੋਰਡਿੰਗਲੀ ਐਕਸ਼ਨ ਲਿਆ ਜਾਂਦਾ ਹੈ। ਇੱਕ ਹੁਣੇ ਤੁਹਾਡੇ ਵੱਲੋਂ ਸ਼ਾਇਦ ਉਹ ਵੀ ਤੁਹਾਡੇ ਅੰਡਰ ਹੀ ਆਉਂਦਾ ਕੇਸ ਸੀ, ਇੱਕ ਲੜਕੀ ਸੀ ਜਿਹੜੀ 17 ਸਾਲ ਬਾਅਦ ਆਪਣੀ ਮਦਰ ਨੂੰ ਲੱਭਦੀ ਆ ਗਈ ਸੀ ਬਟ ਸ਼ੀ ਡੋਂਟ ਹੈਵ ਐਨੀ ਪ੍ਰੂਫ ਜਾਂ ਫੋਟੋਗ੍ਰਾਫ ਸੀਗਾ, ਵਾਟ ਵਾਸ ਦੈਟ? ਥੋੜਾ ਉਹ ਤਾਂ ਸਾਡੇ ਲਈ ਵੀ ਬਹੁਤ ਇੱਕ ਇਮੋਸ਼ਨਲ ਸਟੋਰੀ ਹੈ। ਮੈਂ ਇਹ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ ਉਹਦੇ ਵਿੱਚ ਤੁਸੀਂ ਦੇਖੋ ਇੱਕ ਲੜਕੀ ਉਹਦੇ ਕੇਸ ਤਾਂ ਇੱਦਾਂ ਸੀਗਾ ਕਿ ਉਹ ਜਦੋਂ 3 ਸਾਲ ਦੀ ਸੀ ਉਦੋਂ ਉਹਦੇ ਪੈਰੈਂਟਸ ਦਾ ਡਿਵੋਰਸ ਹੋ ਗਿਆ ਸੀ ਤੇ ਕਸਟਡੀ ਉਹਦੇ ਫਾਦਰ ਨੂੰ ਮਿਲ ਗਈ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਨਾ ਆਪਣੀ ਮਦਰ ਦੀ ਫੋਟੋਗ੍ਰਾਫ ਤੇ ਨਾ ਉਹਦਾ ਕੋਈ ਕੰਟੈਕਟ ਨਹੀਂ ਸੀ ਆਪਣੀ ਮਦਰ ਨਾਲ। ਐਂਡ ਨਾਓ ਸ਼ੀ ਇਜ਼ 23 ਤੇ ਦੈਟ ਮੀਨਸ 17 ਸਾਲ ਬਾਅਦ ਉਹਨੇ ਆਪਣੀ ਮਦਰ ਨੂੰ, ਉਹਦਾ ਦਿਲ ਕੀਤਾ ਆਪਣੀ ਮਦਰ ਨੂੰ ਮਿਲਣ ਦਾ, ਬਟ ਉਹਦੇ ਕੋਲ ਸਿਰਫ ਆਪਣੀ ਮਦਰ ਦਾ ਨਾਮ ਸੀ ਤੇ ਉਹਦੇ ਕੋਲ ਸਿਰਫ ਇੰਨਾ ਸੀ ਕਿ ਸ਼ਾਇਦ ਉਹ ਪੁਤਲੀ ਘਰ ਦੇ ਲਾਗੇ ਰਹਿੰਦੇ ਨੇ। ਸਾਡੀ ਟੀਮ ਨੇ ਇਮੀਡੀਏਟਲੀ ਇੰਨੀ ਮਿਹਨਤ ਕੀਤੀ, ਹਰ ਸ਼ਾਪ 'ਚ ਜਾ ਕੇ ਉਸ ਨਾਮ ਦੀ ਲੇਡੀ ਕੋਈ ਉੱਥੇ ਵਰਕ ਕਰ ਰਹੀ ਹੈ ਇੱਦਾਂ ਪੁੱਛਿਆ, ਫਿਰ ਕੁਦਰਤੀ ਉਹਨਾਂ ਨੂੰ ਕੋਈ ਇੱਕ ਸ਼ਾਪਕੀਪਰ ਲੱਭਿਆ ਜਿਨ੍ਹਾਂ ਨੇ ਉਹਨਾਂ ਦਾ ਸ਼ਾਇਦ ਪੇਰੈਂਟਸ ਦਾ ਰਿਸ਼ਤਾ ਕਰਾਇਆ ਸੀ ਔਰ ਉਸ 'ਤੇ ਸਾਨੂੰ ਇਮੀਡੀਏਟਲੀ ਉਹ ਲੜਕੀ ਦੀ ਮਦਰ ਮਿਲੇ। ਐਂਡ ਮੰਨਣ ਵਾਲੀ ਗੱਲ ਹੈ ਉਹਦੇ ਕੋਲ ਆਪਣੀ ਮਦਰ ਦੀ ਫੋਟੋਗ੍ਰਾਫ ਵੀ ਨਹੀਂ ਸੀ। ਐਂਡ ਟੂ ਸੀ ਦੈਟ ਇਮੋਸ਼ਨਲ ਸੀਨ, ਉਹ ਦੇਖ ਕੇ ਤੁਹਾਨੂੰ ਲੱਗਦਾ ਕਿ ਯੂ ਆਰ ਪ੍ਰਾਊਡ ਆਫ ਯੋਰ ਜੌਬ ਕਿ ਤੁਸੀਂ ਜੋ ਕੰਮ ਕਰਦੇ ਹੋ। ਹਾਂਜੀ। ਅੱਛਾ, ਤੁਸੀਂ ਕੁਝ 올ਡ ਏਜ ਹੋਮਸ ਵੀ ਗਏ ਤਾਂ ਕਿਸ ਤਰ੍ਹਾਂ ਦੀ ਕੰਪਲੇਂਟਸ ਜਿਹੜੇ ਹੈ ਸੀਨੀਅਰ ਸਿਟੀਜ਼ਨਸ ਕਰ ਰਹੇ ਹੈ ਤੇ ਮਤਲਬ ਕਿ ਸਾਡਾ ਸਮਾਜ ਦੇਖੋ ਹੁਣ ਕਿਸ ਤਰਫ ਜਾ ਰਿਹਾ ਹੈ, ਕੋਈ ਸ਼ੇਅਰ? ਦੇਖਿਏ ਅਸੀਂ ਕਿਉਂਕਿ PPMM ਜਿਹੜੇ ਉਹ ਸੀਨੀਅਰ ਸਿਟੀਜ਼ਨਸ ਨਾਲ ਵੀ ਡੀਲ ਕਰਦੇ ਆ ਤੇ ਅਸੀਂ ਇੱਕ ਮੁਹਿੰਮ ਹੀ ਚਲਾਈ ਹੈ ਜਿਹੜੀ ਸਿਰਫ 올ਡ ਏਜ ਹੋਮਸ ਲਈ ਨਹੀਂ ਹੈਗੀ, ਜਿਹੜੀ ਕਿ ਸਾਰੇ ਹੀ ਥਾਣਿਆਂ ਵਿੱਚ ਅਸੀਂ ਇਹ ਮੁਹਿੰਮ ਚਲਾਈ ਹੈ ਕਿ ਇੱਕ ਅਸੀਂ ਐਲਡਰਲੀ ਕਨੈਕਟ ਪ੍ਰੋਗਰਾਮ ਚਲਾਇਆ ਹੈ ਜਿਹਨੂੰ ਅਸੀਂ ਨਾਮ ਦਿੱਤਾ ਹੈ ਬਜ਼ੁਰਗਾਂ ਨਾਲ ਸਾਂਝ। ਉਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਕਿ ਮਹੀਨੇ ਦੇ ਹਰ ਪਹਿਲੇ ਹਫਤੇ ਸਾਡੀ ਜਿਹੜੀਆਂ ਟੀਮਸ ਹੈ ਉਹ ਆਪਣੇ ਏਰੀਆ ਵਿੱਚ ਨਿਕਲਣਗੀਆਂ ਤੇ ਉਹਦੇ ਵਿੱਚ ਜਾ ਕੇ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਮਿਲਣਗੀਆਂ, ਉਹਨਾਂ ਨਾਲ ਮੀਟਿੰਗਸ ਕਰਨਗੇ, ਆਪਣੇ ਨੰਬਰਸ ਸ਼ੇਅਰ ਕਰਨਗੇ। ਇਹਦੇ ਨਾਲ 2 ਫਾਇਦੇ ਹੁੰਦੇ ਆ, ਇੱਕ ਤਾਂ ਅਗਰ ਉਹਨਾਂ ਨੂੰ ਕੋਈ ਜੈਨੂਇਨ ਕੰਪਲੇਂਟ ਹੈ ਜਾਂ ਉਹਨਾਂ ਦੀ ਕੋਈ ਕੰਪਲੇਂਟ ਚੱਲ ਰਹੀ ਹੈ ਉਹ ਸ਼ੇਅਰ ਹੋ ਜਾਂਦੀ ਹੈ। ਦੂਸਰਾ, ਜਿਹੜੇ ਸਾਡੇ PPMM ਹੈ ਉਹਨਾਂ ਦਾ ਨੰਬਰ ਸ਼ੇਅਰ ਹੋ ਜਾਂਦਾ ਹੈ ਤੇ ਉਹਦੇ ਨਾਲ ਬਜ਼ੁਰਗਾਂ ਵਿੱਚ ਕੌਨਫੀਡੈਂਸ ਬਿਲਡਅਪ ਹੁੰਦਾ ਹੈ। ਤੁਸੀਂ ਆਪ ਜਾਣਦੇ ਹੋ ਕਿ ਕੋਵਿਡ ਦੇ ਟਾਈਮਸ ਵਿੱਚ ਬਜ਼ੁਰਗਾਂ 'ਤੇ ਸਭ ਤੋਂ ਡਿਫਿਕਲਟ ਰਿਹਾ, ਸਪੈਸ਼ਲੀ ਜਿਹੜੇ ਬਜ਼ੁਰਗ ਘਰ 'ਚ ਇਕੱਲੇ ਰਹਿੰਦੇ ਆ ਤੇ ਜਿਨ੍ਹਾਂ ਦੇ ਬੱਚੇ ਜਾਂ ਬਾਹਰ ਰਹਿੰਦੇ ਆ ਜਾਂ ਫੋਰਨ 'ਚ ਰਹਿੰਦੇ ਆ, ਉਹਨਾਂ ਨੂੰ ਵੀ ਅਸੀਂ ਟਾਰਗੇਟ ਕਰ ਰਹੇ ਹਾਂ ਤਾਂ ਕਿ ਉਹਨਾਂ 'ਚ ਇੱਕ ਸੈਂਸ ਆਫ ਕੌਨਫੀਡੈਂਸ ਹੋਵੇ ਕਿ ਬਾਈ ਚਾਂਸ ਕੋਈ ਐਮਰਜੈਂਸੀ 'ਚ ਲੋੜ ਪਵੇ ਤੇ ਉਹ ਸਾਨੂੰ ਕੰਟੈਕਟ ਕਰ ਸਕਣ। ਇੱਦਾਂ ਹੀ ਅਸੀਂ 올ਡ ਏਜ ਹੋਮ ਵਿੱਚ ਵੀ ਤਾਂ ਹੀ ਗਏ ਹਾਂ ਕਿਉਂਕਿ ਉਹ ਹੁਣ ਇਕੱਲੇ ਰਹਿ ਰਹੇ ਨੇ, ਆਪਣੇ ਬੱਚਿਆਂ ਤੋਂ ਬਿਨਾਂ ਰਹਿ ਰਹੇ ਨੇ, ਇੱਕ ਸੈਂਸ ਆਫ ਕੌਨਫੀਡੈਂਸ ਆਵੇ ਤੇ ਅਗਰ ਉਹਨਾਂ ਨੂੰ ਕੋਈ ਕੰਪਲੇਂਟ ਹੈਗੀ ਹੈ, ਕਿਸੇ ਵੀ ਪ੍ਰਕਾਰ ਦੀ ਕੰਪਲੇਂਟ ਹੈਗੀ ਹੈ, ਸਾਡੇ ਨੰਬਰ ਸ਼ੇਅਰ ਹੋਏ ਨੇ ਤਾਂ ਕਿ ਉਹ ਸਾਡੇ ਨਾਲ ਗੱਲ ਕਰ ਸਕਣ। ਤੇ ਤੁਸੀਂ ਜਦੋਂ 올ਡ ਏਜ ਹੋਮਸ ਗਏ ਤੇ ਤੁਹਾਨੂੰ ਕੀ ਫੀਡਬੈਕ ਆਇਆ ਉੱਥੋਂ? ਉਹਨਾਂ ਦਾ ਸਾਨੂੰ ਬਹੁਤ ਪੋਜ਼ਿਟਿਵ ਫੀਡਬੈਕ ਆਇਆ। ਉਹਨਾਂ ਕਾਫੀ ਖੁਸ਼ ਸੀਗੇ ਦੇਖ ਕੇ ਕਿ ਪੁਲਿਸ ਆਪ ਚੱਲ ਕੇ ਉਹਨਾਂ ਕੋਲ ਜਾ ਰਹੀ ਹੈ। ਇਨਫੈਕਟ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਕੁਝ ਜਗ੍ਹਾ ਤਾਂ ਅਸੀਂ ਇੱਦਾਂ ਗਏ ਹਾਂ ਕਿ ਜਿਹੜੇ ਬਜ਼ੁਰਗ ਸਾਡੇ ਕੋਲ ਚੱਲ ਕੇ ਮੀਟਿੰਗ ਤੱਕ ਨਹੀਂ ਆ ਸਕਦੇ ਸੀ, ਉਹ ਇੰਨੇ 올ਡ ਸੀਗੇ, ਉਹਨਾਂ ਨੂੰ ਅਸੀਂ ਘਰ ਆਪਣੇ PPMM ਭੇਜਿਆ ਜਸਟ ਕਿ ਉਹਨਾਂ ਨੂੰ ਸੈਟਿਸਫਾਈ ਕਰਵਾਉਣ ਲਈ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ। ਅਗਰ ਤੁਹਾਨੂੰ ਕੋਈ ਵੀ ਇਸ਼ੂ ਹੈ ਤੁਸੀਂ ਸਾਨੂੰ ਇੱਕ ਕਾਲ ਦਿਓ, ਇਮੀਡੀਏਟਲੀ ਤੁਹਾਡੇ ਘਰ ਆ ਕੇ ਤੁਹਾਡੀ ਕੰਪਲੇਂਟ ਰਜਿਸਟਰ ਹੋਊਗੀ ਜਾਂ ਤੁਹਾਡੇ ਘਰ ਆ ਕੇ ਤੁਹਾਡੀ ਹੈਲਪ ਕੀਤੀ ਜਾਊਗੀ। ਉਹ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਵੀ ਡੋਮੈਸਟਿਕ ਵਾਇਲੈਂਸ ਜਾਂ ਪੇਰੈਂਟਸ ਨੂੰ ਘਰੋਂ ਕੱਢਤਾ ਹੋਵੇ? ਫਿਲਹਾਲ ਤਾਂ ਸਾਨੂੰ ਕੋਈ ਕੰਪਲੇਂਟ ਇਹੋ ਜਿਹੀ ਨਹੀਂ ਆਈ ਹੈਗੀ ਕਿ ਜਿਹਦੇ ਵਿੱਚ ਡੋਮੈਸਟਿਕ ਵਾਇਲੈਂਸ ਜਾਂ ਬਟ ਮੈਂ ਉਹੀ ਕਹਿ ਰਹੀ ਹਾਂ ਕਿ ਸਾਡਾ ਬੇਸਿਕ ਮਕਸਦ ਹੀ ਇਹ ਸੀ ਕਿ ਉਹਨਾਂ 'ਚ ਕੌਨਫੀਡੈਂਸ ਜਨਰੇਟ ਹੋਵੇ ਕਿ ਅਗਰ ਕੋਈ ਇੱਕ ਕੰਪਲੇਂਟ ਇਹੋ ਜਿਹੀ ਹੈਗੀ ਹੈ ਜਿਹੜੀ ਉਹ ਸਾਡੇ ਨਾਲ ਮੌਕੇ 'ਤੇ ਨਾ ਸ਼ੇਅਰ ਕਰ ਸਕਣ, ਉਹ ਸਾਡੇ ਨਾਲ ਬਾਅਦ ਵਿੱਚ ਗੱਲ ਕਰ ਸਕਣ। ਤੇ ਕਿੰਨੇ ਟੋਟਲ ਅੰਮ੍ਰਿਤਸਰ ਦੇ ਥਾਣਿਆਂ ਸਾਰਿਆਂ ਦੇ ਵਿੱਚ ਇਹ ਵੇਲੇ ਤੁਸੀਂ ਆਪਣੇ PPM ਵਾਲਾ ਸਿਸਟਮ ਲਾਂਚ ਕਰਤਾ ਜਾਂ ਕੁਝ ਕੀਤਾ ਹੈ? ਨਹੀਂ, ਇਹ ਸਾਰੇ ਥਾਣਿਆਂ ਵਿੱਚ ਹੀ ਲਾਂਚ ਕੀਤਾ ਗਿਆ। ਇਹ ਸਾਰੇ ਥਾਣਿਆਂ 'ਚ ਇਸ ਕਰਕੇ ਲਾਂਚ ਕੀਤਾ ਗਿਆ ਕਿਉਂਕਿ ਹਰ ਥਾਣਿਆਂ ਵਿੱਚ ਬਜ਼ੁਰਗ ਅਲੱਗ-ਅਲੱਗ ਰਹਿੰਦੇ ਨੇ ਔਰ ਇਹਦਾ ਤੁਹਾਨੂੰ ਇਹ ਵੀ ਜ਼ਰੂਰ ਦੱਸਣਾ ਚਾਹਾਂਗੀ ਇਹ ਵਨ ਟਾਈਮ ਪ੍ਰੋਸੈਸ ਨਹੀਂ ਹੈਗਾ ਕਿਉਂਕਿ ਇੱਕ ਵਾਰ ਤੁਸੀਂ ਚਲੇ ਜਾਓ ਕਿਸੇ ਨਾਲ ਸ਼ੇਅਰ ਕਰੋ ਤੇ ਉਹਦਾ ਉਨਾ ਫਾਇਦਾ ਨਹੀਂ ਹੁੰਦਾ। ਇਹਦੇ ਵਿੱਚ ਅਸੀਂ ਇਹ ਕੀਤਾ ਹੈ ਕਿ ਹਰ ਮਹੀਨੇ ਦੇ ਪਹਿਲੇ ਵੀਕ ਵਿੱਚ ਉਹ ਆਪਣੇ ਏਰੀਆ ਵਿੱਚ ਜਾਣਗੇ ਤੇ ਡਿਫਰੈਂਟ ਏਰੀਆਜ਼ ਦੇ ਬਜ਼ੁਰਗਾਂ ਨੂੰ ਮਿਲ ਕੇ ਉਹਨਾਂ ਦੀ ਕੰਪਲੇਂਟਸ ਲੈਣਗੇ।
ਇੱਦਾਂ ਹੀ ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਜਾਂਦੇ ਆ ਫਿਰ ਹੀ ਕੌਨਫੀਡੈਂਸ ਲੈਵਲ ਜਨਰੇਟ ਹੁੰਦਾ ਹੈ ਤੇ ਫਿਰ ਹੀ ਉਹ ਫਰਦਰ ਉਸ ਚੀਜ਼ ਦਾ ਜ਼ਿਆਦਾ ਇਫੈਕਟ ਨਹੀਂ ਤੇ ਉਹਨਾਂ ਨੂੰ ਲੱਗਦਾ ਵੀ ਇੱਕ ਵਾਰੀ ਪੁਲਿਸ ਆ ਗਈ ਹੈ ਹਾਂਜੀ। ਜਿਸੇ ਨਾਲ ਸ਼ੇਅਰ ਕਰਾਂਗੇ ਤੇ ਬਾਅਦ ਚ ਉਹਨਾਂ ਨੇ ਸਾਰੀ ਗੱਲ ਨਹੀਂ ਸੁਣਨੀ। ਹਾਂਜੀ, ਨਵਾਂ ਪ੍ਰੋਗਰਾਮ ਚੱਲਿਆ ਹੈ ਤਾਂ ਕੋਈ ਉਹ ਤੇ ਕੋਈ ਮੈਡਮ ਕੋਈ ਬੱਚਿਆਂ ਵੱਲ ਜੇ ਦੇਖੋ ਲੇਡੀਜ਼ ਦਾ ਆਏ ਸੀਨੀਅਰ ਸੀ ਕੋਈ ਬੱਚਿਆਂ ਵਾਸਤੇ ਵੀ ਕੋਈ ਸਪੈਸ਼ਲ ਤੁਹਾਡੇ ਕੋਲ ਕੋਈ ਕੇਸਿਸ ਆਏ ਹੈ ਜਿਹਦੇ ਨਾਲ ਬੱਚਿਆਂ ਪ੍ਰਤਾੜਿਤ ਹੋਏ ਹੋਣ ਜਾਂ ਇਗਨੋਰਡ ਹੋਏ ਹੋਣ? ਇਗਨੋਰ ਦਾ ਤਾਂ ਇੰਨਾ ਕਿਉਂਕਿ ਇੰਨਾ ਕੇਸ ਨਹੀਂ ਆਇਆ, ਪਰ ਜਿਹੜੇ ਪ੍ਰਤਾੜਿਤ ਕੇਸਿਸ ਆ ਔਰ ਬੱਚਿਆਂ ਦੇ ਕੇਸਿਸ ਦਾ ਅਸੀਂ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਉਹ ਤਾਂ ਇਮੀਡੀਏਟਲੀ ਕੇਸ SHO ਦੇ ਨੋਟਿਸ ਲਿਆ ਕੇ ਕੇਸ ਰਜਿਸਟਰ ਕਰੀਦਾ। ਉਹਦਾ ਸਾਡੀ ਰਜਿਸਟ੍ਰੇਸ਼ਨ ਵੀ ਅਕੋਰਡਿੰਗਲੀ ਪਤਾ ਲੱਗਦੀ ਹੈ ਕਿ ਜਿੱਥੇ ਬੱਚਿਆਂ ਦੇ ਅਗੇਂਸਟ ਕੋਈ ਕੇਸ ਆ ਰਹੇ ਨੇ ਜਾਂ ਬੱਚਿਆਂ ਦੇ ਸੈਕਸ਼ੂਅਲ ਅਬਿਊਜ਼ ਦੇ ਵੀ ਸਾਡੇ ਕੋਲ ਕੇਸ ਆ ਰਹੇ ਨੇ, ਉਹਦੇ ਵਿੱਚ ਤਾਂ ਕੋਈ ਮਤਲਬ ਦੋ ਗੱਲਾਂ ਹੀ ਨਹੀਂ ਕੀਤੀਆਂ ਜਾਂਦੀਆਂ। ਉਹਦੇ ਵਿੱਚ ਇਨਵੈਸਟੀਗੇਸ਼ਨ ਉਹ ਰਿਪੋਰਟ ਲਿਖ ਕੇ ਨਾਲ ਦੀ ਨਾਲ ਰਜਿਸਟ੍ਰੇਸ਼ਨ ਅਸੀਂ ਕਰ ਰਹੇ ਹਾਂ ਇਸ ਅੱਛਾ, ਦੇਖੋ ਤੁਹਾਡੇ ਕੋਲ ਇਹਦੇ ਨਾਲ PPM ਦੇ ਨਾਲ ਸਾਈਬਰ ਕ੍ਰਾਈਮ ਦਾ ਵੀ ਚਾਰਜ ਹੈਗਾ ਤੇ ਦੋਨੋਂ ਕਿੰਨਾ ਕੁ ਵੱਡਾ ਚੈਲੰਜ ਹੈ ਤੁਹਾਡੇ ਸਾਹਮਣੇ? ਦੇਖिए ਜੌਬ ਤਾਂ ਚੈਲੰਜਿੰਗ ਜ਼ਰੂਰ ਹੈ, ਬਟ ਉਹੀ ਗੱਲ ਹੈ ਕਿ ਜਿੰਨਾ ਤੁਸੀਂ ਜ਼ਿਆਦਾ, ਮੈਂ ਤੁਹਾਨੂੰ ਉਹੀ ਕਿਹਾ ਜਿਵੇਂ ਅਸੀਂ 17 ਸਾਲ ਦੀ ਲੜਕੀ ਦੇ ਕੇਸ ਦੀ ਗੱਲ ਕਰ ਰਹੇ ਸੀ, ਜਦੋਂ ਕੇਸਿਸ ਸੋਲਵ ਵੀ ਹੁੰਦੇ ਆ ਉਹ ਵਰਥ ਦਾ ਐਫਰਟ ਹੋ ਜਾਂਦਾ ਫਿਰ ਤੁਸੀਂ ਉਸੇ ਚੀਜ਼ ਤੇ ਆਪਣੇ ਉਹੀ ਮਿਹਨਤ ਤੇ ਪ੍ਰਾਊਡ ਫੀਲ ਕਰਦੇ ਆ ਕਿ ਇਹ ਵਧੀਆ ਗੱਲ ਹੈ। ਤੁਹਾਡੇ ਲਈ ਇੱਕ ਵੱਡਾ ਇਸ ਕਰਕੇ ਵੀ ਚੈਲੰਜ ਬਿਕੋਜ਼ ਬੇਸਿਕਲੀ ਯੂ ਆਰ ਡਾਕਟਰ, ਯੂ ਡਿਡ ਯੂਰ MBBS, ਆਫਟਰ ਦੈਟ ਯੂ ਕਮ ਓਵਰ ਹੇਅਰ। ਹਾਂਜੀ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਉਹ ਸੌਖਾ ਸੀ ਜਾਂ ਇਹ ਸੌਖਾ ਜੀ? ਦੇਖिए ਸੌਖੇ ਤੇ ਔਖੇ ਨਾਲੋਂ ਮੈਨੂੰ ਲੱਗਦਾ ਪ੍ਰੋਫੈਸ਼ਨ ਵਿੱਚ ਇੰਟਰਸਟ ਦਾ ਹੋਣਾ ਜ਼ਿਆਦਾ ਜ਼ਰੂਰੀ ਹੈ ਕਿ ਅੰਟਿਲ ਅਨਲੈਸ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪਿਆਰ ਕਰਦੇ ਆ ਜਾਂ ਪ੍ਰੋਫੈਸ਼ਨ ਲਈ ਪੈਸ਼ਨੇਟ ਆ ਤਦ ਤੱਕ ਤੁਸੀਂ ਉਸ ਨੂੰ ਕੰਮ ਦੀ ਤਰ੍ਹਾਂ ਕਰੋਗੇ। ਹਾਂ, ਤੇ ਡਾਕਟਰ ਸਾਹਿਬ ਇੱਕ ਜਿਹੜਾ ਕ੍ਰਾਈਮ ਵਾਲਾ ਤੁਹਾਡੇ ਕੋਲ ਸਾਈਬਰ ਕ੍ਰਾਈਮ ਦਾ ਉਹ ਪਹਿਲੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ, ਕਿਸ ਤਰ੍ਹਾਂ ਦੇ ਕੇਸਿਸ ਤੁਹਾਡੇ ਕੋਲ ਆ ਰਹੇ? ਕਿਆ ਲੋਕ ਸਮਝ ਨਹੀਂ ਰਹੇ, ਥੋੜੇ ਜਿਹੇ ਲਾਲਚ ਆ ਕੇ ਉਹ ਫਸ ਜਾਂਦੇ ਆ? ਵਾਟ ਇਜ਼ ਦੈਟ? ਥੋੜਾ ਜਿਹਾ ਕਿਆ ਮੈਸੇਜ ਦੇਣਾ ਚਾਹੋਗੇ? ਦੇਖिए ਮੈਂ ਹਰ ਵਾਰ ਔਰ ਹਰ ਇੰਟਰਵਿਊ 'ਚ ਇਹੀ ਗੱਲ ਕਰਦੀ ਹਾਂ ਕਿ ਜਿਹੜੇ ਹੁਣ ਅੱਜ ਸਾਡੇ ਕੋਲ OTP ਸ਼ੇਅਰ ਕਰਨ ਵਾਲੇ ਇੰਨੇ ਜ਼ਿਆਦਾ ਕੇਸਿਸ ਆ ਰਹੇ ਨੇ ਐਂਡ ਡਿਸਪਾਈਟ ਬਾਰ-ਬਾਰ ਲੋਕਾਂ ਨੂੰ ਦੱਸਣ ਲਈ ਲੋਕ ਇਸ ਗੱਲ 'ਚ ਟਰੈਪ ਹੋ ਜਾਂਦੇ ਆ। ਤੁਹਾਨੂੰ ਇਹ ਸਮਝਣ ਦੀ ਬਹੁਤ ਲੋੜ ਹੈ ਕਿ ਅਗਰ ਤਾਂ ਤੁਹਾਨੂੰ ਮਾੜਾ ਜਿਹਾ ਸ਼ੱਕ ਹੋ ਗਿਆ ਕਿਸੇ ਤੇ ਔਰ ਬੰਦਾ ਅਗਰ ਸਹੀ ਗੱਲ ਨਹੀਂ ਕਰ ਰਿਹਾ ਤਾਂ ਤੁਸੀਂ OTP ਸ਼ੇਅਰ ਨਹੀਂ ਕਰੋਗੇ, ਪਰ ਲੋਕ ਇੰਨੇ ਕੇਸਿਸ ਬਣਾ ਕੇ ਕਿ ਤੁਹਾਨੂੰ ਕੌਨਫੀਡੈਂਸ 'ਚ ਲੈ ਕੇ ਹੀ ਤੁਹਾਡੇ ਤੋਂ OTP ਮੰਗਦੇ ਆ ਕਿ ਲੈਟਸ ਸੇ ਉਹਨਾਂ ਨੇ ਕਹਿ ਦਿੱਤਾ ਤੁਸੀਂ ਹੁਣ ਇੱਕ ਰੀਸੈਂਟ ਕੇਸ ਹੈ ਜਿਹਦੇ ਵਿੱਚ ਕ੍ਰੈਡਿਟ ਕਾਰਡ ਡਾਊਨਗ੍ਰੇਡ ਦਾ ਉਹਨਾਂ ਨੇ ਪਾਇਆ ਹੋਇਆ ਸੀ, ਉਧਰੋਂ ਫੋਨ ਆ ਗਿਆ ਜੀ ਤੁਹਾਡਾ ਕ੍ਰੈਡਿਟ ਕਾਰਡ ਡਾਊਨਗ੍ਰੇਡ ਕਰਨਾ ਹੈ ਜੀ, ਤੁਸੀਂ ਆਪਣਾ ਨੰਬਰ ਦਿਓ, ਆਪਣਾ OTP ਸ਼ੇਅਰ ਕਰੋ, ਤੇ ਉਹਨਾਂ ਨੇ OTP ਸ਼ੇਅਰ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਪੈਸੇ ਚਲੇ ਗਏ। ਇਹੀ ਗੱਲ ਹੈ ਮੈਂ ਹਰ ਵਾਰ ਔਰ ਮੈਂ ਤੁਹਾਡੇ ਰਾਹੀਂ ਵੀ ਇਹੀ ਸ਼ੇਅਰ ਕਰਨਾ ਚਾਹਾਂਗੀ ਕਿ ਫੋਨ ਤੇ ਤਾਂ ਕੋਈ ਇੱਦਾਂ ਦੀ ਸ਼ੇਅਰ ਕਰਨੀ ਹੀ ਨਹੀਂ। ਆਪਣੀ ਬੈਂਕ ਨਾਲ ਕਨਫਰਮ ਕਰੋ ਉਹ ਚੀਜ਼ ਕਿ ਸੋ ਐਂਡ ਸੋ ਹੋਇਆ ਹੈ ਕਿ ਔਰ ਫੋਨ ਤੇ ਨਹੀਂ ਫਿਰ ਵੀ ਸ਼ੇਅਰ ਕਰਨੀ ਆਪਣੀ, ਅਗਰ ਕੋਈ ਚੀਜ਼ ਹੈਗੀ ਹੈ ਤਾਂ ਬੈਂਕ 'ਚ ਜਾ ਕੇ ਸ਼ੇਅਰ ਕਰੋ, ਬੈਂਕ ਪ੍ਰੋਪਰ ਪੇਪਰ ਵਰਕ ਕਰਕੇ ਉਹ ਚੀਜ਼ ਤੁਸੀਂ ਸ਼ੇਅਰ ਕਰੋ ਤੇ ਤਾਂ ਹੀ ਬਚਾ ਹੈ। ਅੱਛਾ, ਪੁਲਿਸ ਤੇ ਇਹ ਵੀ ਬੜਾ ਮੁਸ਼ਕਿਲ ਹੈ ਦੇਖੋ ਜੀ ਕਿ ਜਿਹੜੇ ਇੱਕ ਸਾਈਬਰ ਕ੍ਰਾਈਮ ਜਿਹੜੇ ਕੇਸਿਸ ਹੁੰਦੇ ਆ ਇਹ ਦੂਸਰੀ ਸਟੇਟਾਂ 'ਚ ਮੋਰ ਓਵਰ ਜੇ ਦੇਖੋ ਬਿਹਾਰ ਦੇ ਵੀ, ਉੱਤਰਾਖੰਡ, ਇੱਥੇ ਜਾਣਾ ਕ੍ਰਿਮੀਨਲਸ ਨੂੰ ਪਕੜਨਾ ਇਹ ਕਿੰਨਾ ਕੁ ਮੁਸ਼ਕਿਲ ਕੰਮ ਹੈ? देखिए ये तो थोड़ा ਜਿਹਾ ਅਨਫੋਰਚੂਨੇਟ ਰਿਹਾ ਹੈ ਕਿ ਪਿਛਲੇ ਸਾਲ ਕੋਵਿਡ ਕਰਕੇ ਬਿਕੋਜ਼ ਆਫ ਦ ਟਰੈਵਲ ਰਿਸਟ੍ਰਿਕਸ਼ਨਸ ਉਹ ਅਸੀਂ ਵੀ ਉਨੀਆਂ ਰੇਟਸ ਨਹੀਂ ਕਰ ਪਾਏ ਜਿੰਨੀਆਂ ਕਿ ਨਾਰਮਲ ਸਿਚੁਏਸ਼ਨ 'ਚ ਸਾਨੂੰ ਕਰਨੀਆਂ ਚਾਹੀਦੀਆਂ ਸੀ, ਬਿਕੋਜ਼ ਆਬਵੀਅਸਲੀ ਕੋਵਿਡ ਸਿਚੁਏਸ਼ਨ ਨੂੰ ਪ੍ਰਾਇੋਰਿਟੀ ਮਿਲ ਗਈ ਜੋ ਹਜੇ ਵੀ ਕੋਵਿਡ ਸਿਚੁਏਸ਼ਨ ਪ੍ਰਾਇੋਰਿਟੀ ਲੈ ਰਹੀ ਹੈ। ਬਟ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਕੋਈ ਕਮੀ ਨਹੀਂ ਛੱਡੀ ਹੈਗੀ। ਅਸੀਂ ਵੀ ਆਰ ਮੇਕਿੰਗ ਸ਼ੋਰ ਕਿ ਸਾਡਾ ਕੇਸ ਟ੍ਰੇਸ ਹੋ ਜਾਏ, ਦੈਟ ਮੀਨਸ ਕਿ ਅਸੀਂ ਐਂਡ ਕਲਪਰੇਟ ਤੱਕ ਪਹੁੰਚ ਜਾਈਏ ਤੇ ਉਸ ਤੋਂ ਬਾਅਦ ਜਿੱਦਾਂ ਸਾਨੂੰ ਟਾਈਮ ਮਿਲ ਰਿਹਾ ਹੈ, ਜਿੱਦਾਂ ਰੋਡਸ ਓਪਨ ਹੋ ਰਹੀਆਂ ਉਹਦਾ ਰੇਟਸ ਕੀਤੀਆਂ ਜਾ ਰਹੀਆਂ। ਅੱਛਾ, ਇਹ ਵੀ ਪਰਸੈਪਸ਼ਨ ਨਹੀਂ ਬਣ ਗਿਆ ਜੀ, ਮੇਰਾ ਵੀ ਇੱਕ ਵਾਰੀ ਫੇਸਬੁੱਕ ਅਕਾਊਂਟ ਹੈਕ ਹੋ ਗਿਆ, ਲੋਕ ਕੰਪਲੇਂਟ ਕਰਦੇ ਆ ਬਟ ਉਹ ਫਿਰ ਉਹ ਕੰਪਲੇਂਟ ਇੱਕ ਫਾਈਲਾਂ 'ਚ ਇੱਕ ਪੇਪਰ ਦਾ ਟੁਕੜਾ ਬਣ ਕੇ ਰਹਿ ਜਾਂਦਾ, ਦਬ ਕੇ ਰਹਿ ਜਾਂਦੀ ਹੈ। ਨਹੀਂ ਦੇਖिए ਮੈਂ ਇਹ ਪਰਸੈਪਸ਼ਨ ਇਸ ਕਰਕੇ ਹੈ ਬਿਕੋਜ਼ ਇਹ ਥੋੜਾ ਜਿਹਾ ਲੌਂਗ ਪ੍ਰੋਸੈਸ ਹੈ। ਇਹ ਪੇਪਰ ਵਰਕ ਇੱਦਾਂ ਹੁੰਦਾ ਹੈ ਕਿ ਸਾਨੂੰ ਵੀ ਵਰਕ ਔਨ ਈਮੇਲ ਬੇਸਿਸ ਬੇਸਿਕਲੀ। ਅਗਰ ਤੁਸੀਂ ਉਹ ਗੱਲ ਕਰੀਏ ਕਿ ਅਸੀਂ ਕੰਪਨੀ ਨੂੰ ਇੱਕ ਪ੍ਰੋਪਰ ਚੈਨਲ ਮੇਲ ਸੈਂਡ ਕਰਨੀ ਪੈਂਦੀ ਹੈ ਤਾਂ ਉਹ ਸਾਨੂੰ ਪ੍ਰੋਪਰ ਚੈਨਲ ਈਮੇਲ ਵਾਪਸ ਕਰਦੇ ਆ, ਜਿਹਦੇ ਵਿੱਚ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋ ਜਾਂਦਾ। ਬਟ ਅਸੀਂ ਬਹੁਤ ਸਾਰੇ ਫੇਸਬੁੱਕ ਹੈਕਿੰਗ ਕੇਸਿਸ ਦੇਖਿਆ, ਜਿੱਦਾਂ ਮੈਂ ਤੁਹਾਨੂੰ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਕਿ ਫੇਸਬੁੱਕ ਵਗੈਰਾ ਤਾਂ ਕਦੀ ਦੇਰ ਆਰ ਮੋਰ ਦੈਨ 50% ਕੇਸਿਸ ਜਿਹਦੇ ਵਿੱਚ ਉਹਨਾਂ ਨੇ ਪਾਸਵਰਡ ਸ਼ੇਅਰ ਕੀਤਾ ਹੁੰਦਾ ਹੈ ਜਾਂ ਉਹਨਾਂ ਦੇ ਕਲੋਜ਼ ਫਰੈਂਡਸ ਹੁੰਦੇ ਆ, ਤੇ ਉਹਦੇ ਤੱਕ ਤਾਂ ਅਸੀਂ ਡੈਫੀਨੇਟਲੀ ਪਹੁੰਚ ਕੇ ਤੇ ਉਹ ਕੇਸਿਸ ਬਹੁਤ ਸੋਲਵ ਵੀ ਕਰਾ ਰਹੇ ਹਾਂ। ਤੁਸੀਂ ਕੋਈ ਨੰਬਰ ਸ਼ੇਅਰ ਕਰਨਾ ਚਾਹੋਗੇ ਕਿੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ ਜਾਂ ਜਿਵੇਂ ਚਾਈਲਡ ਜਾਂ ਕਿਸੇ ਵੂਮਨ ਜਾਂ ਸੀਨੀਅਰ ਸਿਟੀਜ਼ਨ ਨੂੰ, ਤੇ ਉਹ ਕਿੱਥੇ ਕੰਟੈਕਟ ਕਰੇ? ਅਗਰ
तो किसी भी ਚਾਈਲਡ ਜਾਂ ਸੀਨੀਅਰ ਸਿਟੀਜ਼ਨ ਨੂੰ ਕੋਈ ਪ੍ਰੋਬਲਮ ਹੈ, ਉਹ ਕੰਪਲੇਂਟ ਸ਼ੇਅਰ ਕਰਨਾ ਚਾਹੁੰਦਾ ਹੈ, ਉਹ ਕਾਈਂਡਲੀ 112 ਤੇ 181 ਤੇ ਕਾਲ ਕਰ ਸਕਦੇ ਹੈ। ਦੋਨੋਂ ਨੰਬਰਸ ਅਵੇਲੇਬਲ ਨੇ ਔਰ ਦੋਨੋਂ ਨੰਬਰਸ ਦੇ ਥਰੂ ਡਾਇਰੈਕਟਲੀ ਉਹਨਾਂ ਦੇ PPMM ਦੈਟ ਮੀਨਸ ਉਹਨਾਂ ਦੇ ਪੁਲਿਸ ਸਟੇਸ਼ਨ ਕੰਪਲੇਂਟ ਡਾਇਰੈਕਟਲੀ ਪਹੁੰਚ ਜਾਏਗੀ ਔਰ ਉਹਨੂੰ ਇਮੀਡੀਏਟ ਕੰਟੈਕਟ ਕੀਤਾ ਜਾਏਗਾ। तो इस तरह का कुछ ਤੁਸੀਂ ਆਮ ਦੂਸਰੇ ਲੋਕਾਂ ਵਾਸਤੇ ਵੀ ਕੁਝ ਪ੍ਰੋਗਰਾਮ ਚਲਾ ਰਹੇ ਹੋ ਜਾਂ ਸਿਰਫ ਇਹ ਲੇਡੀਜ਼ ਬੱਚਿਆਂ ਤੇ ਇਹਨਾਂ ਲਈ ਹੈ, ਸੀਨੀਅਰ ਸਿਟੀਜ਼ਨ ਲਈ? ਦੇਖिए ਜਿਹੜਾ ਫਿਲਹਾਲ ਇਹ ਪਾਰਟਿਕੂਲਰ ਮੁਹਿੰਮ ਹੈ, ਇਹ ਤਾਂ ਲੇਡੀਜ਼ ਬੱਚਿਆਂ ਤੇ ਸੀਨੀਅਰ ਸਿਟੀਜ਼ਨਸ ਲਈ ਹੀ ਹੈ, ਬਟ ਤੁਹਾਨੂੰ ਇਹ ਜਿਹੜੀ 112 ਸਾਡੀ ਜਿਹੜੀ ਕੰਪਲੇਂਟ ਚੱਲ ਰਹੀ ਹੈ, ਉਹ ਵੀ ਇਮੀਡੀਏਟ ਅਸੀਂ ਕੰਪਲੇਂਟ ਹੈਂਡਲ ਹੁੰਦੀ ਹੈ, ਉਹ ਨਾਰਮਲ ਪਬਲਿਕ ਲਈ ਉਹ ਹੈਲਪਲਾਈਨ ਚੱਲ ਰਹੀ ਹੈ। ਕੁਝ ਹੋਰ ਤੁਸੀਂ ਕੋਈ ਮੈਸੇਜ ਦੇਣਾ ਚਾਹੋ? ਬਸ ਤੁਹਾਡੇ ਥਰੂ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਸਾਰਿਆਂ ਨੂੰ। ਇੱਕ ਤਾਂ ਸਾਈਬਰ ਕ੍ਰਾਈਮ ਰਿਲੇਟਡ ਜਿਹੜੇ ਮੈਂ ਸ਼ੇਅਰ ਕੀਤਾ ਸੀ ਕਿ ਕਾਈਂਡਲੀ OTP ਤਾਂ ਇਹ ਤਾਂ ਮੈਂ ਬਾਰ-ਬਾਰ ਹਰ ਪਲੇਟਫਾਰਮ ਤੇ ਜਾ ਕੇ ਇਹ ਕਹਿੰਦੀ ਹਾਂ ਕਿ ਨੋ ਮੈਟਰ ਵਾਟ, ਫੋਨ ਤੇ ਤਾਂ ਕੋਈ ਵੀ ਬੈਂਕ ਡਿਟੇਲ, ਚਾਹੇ ਤੁਹਾਨੂੰ ਲੱਗੇ ਕਿ ਇਹ ਤਾਂ ਛੋਟੀ ਜੀ ਡਿਟੇਲ ਹੈ, ਇਹਨੂੰ ਸ਼ੇਅਰ ਕਰਕੇ ਤਾਂ ਕੀ ਹੋਏਗਾ, ਕੋਈ ਵੀ ਆਪਣੀ ਬੈਂਕ ਅਕਾਊਂਟ ਡਿਟੇਲ ਜਾਂ ਕਿਸੇ ਇਸ ਪ੍ਰਕਾਰ ਦੀ ਡਿਟੇਲ ਨਾ ਸ਼ੇਅਰ ਕੀਤਾ ਜਾਣ। ਦੂਸਰਾ, ਜਿਹੜੇ ਅਸੀਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਪ੍ਰੋਫਾਈਲਸ ਦੀ ਗੱਲ ਕਰ ਰਹੇ ਸੀ, ਆਪਣੀ ਪ੍ਰੋਫਾਈਲ ਹਮੇਸ਼ਾ ਲੌਗ ਆਊਟ ਕਰੋ, ਪਾਸਵਰਡਸ ਹਮੇਸ਼ਾ ਸਟਰੋਂਗ ਰੱਖੋ, ਇਹ ਡੂ ਮੇਕ ਸ਼ੋਰ। ਤੇ ਦੂਸਰਾ, ਮੈਂ ਇਸ ਤਰ੍ਹਾਂ ਹੀ ਮੈਂ ਜਿਹੜੇ ਸਾਡੀ ਮਹਿਲਾਵਾਂ ਨੇ ਤੇ ਜਿਹੜੇ ਬੱਚੇ ਨੇ ਜਾਂ ਜਿਹੜੇ ਸੀਨੀਅਰ ਸਿਟੀਜ਼ਨ ਨੇ, ਉਹਨਾਂ ਨੂੰ ਮੈਂ ਇਹ ਜ਼ਰੂਰ ਮੈਸੇਜ ਦੇਣਾ ਚਾਹਾਂਗੀ ਕਿ ਤੁਹਾਨੂੰ ਇਹ ਤੁਹਾਡੇ ਲਈ ਹੀ ਅਸੀਂ ਵਿਮਨ ਹੈਲਪ ਡੈਸਕ ਸ਼ੁਰੂ ਕੀਤੇ ਹੈ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਨਹੀਂ ਤਾਂ ਇੱਕ ਜਨਰਲ ਪਰਸੈਪਸ਼ਨ ਹੁੰਦੀ ਹੈ ਪਬਲਿਕ ਵਿੱਚ ਕਿ ਨਹੀਂ ਲੇਡੀਜ਼ ਥਾਣੇ ਨਹੀਂ ਜਾ ਸਕਦੀਆਂ ਹੈਗੀਆਂ, ਕਿ ਅਸੀਂ ਇੱਕ ਨਾਲੇ ਸਪੈਸ਼ਲ ਰੂਮ, ਜਿੱਥੇ ਸਾਡੇ ਕੋਲ ਸਾਂਝ ਕੇਂਦਰ ਹੈ, ਉੱਥੇ ਅਸੀਂ ਸਾਂਝ ਕੇਂਦਰ 'ਚ ਹੈਲਪ ਡੈਸਕ ਬਣਾਇਆ ਹੈ, ਜਿੱਥੇ ਅਸੀਂ ਪੁਲਿਸ 'ਚ ਇੱਕ ਸੈਪਰੇਟ ਰੂਮ 'ਚ ਹੈਲਪ ਡੈਸਕ ਬਣਾਇਆ ਹੈ। ਤੇ ਤੁਹਾਨੂੰ ਬੇਫਿਕਰ ਹੋ ਕੇ ਤੁਸੀਂ ਥਾਣੇ ਆਓ ਤੇ ਤੁਸੀਂ ਆਪਣੀ ਕੰਪਲੇਂट्स दो ਜਿਹੜੀਆਂ ਕਿ ਇਮੀਡੀਏਟ हैंडल होंगे। धन्यवाद हमारे साथ बात करने के लिए। ये थे साइबर क्राइम की ACP हैं डॉक्टर मनप्रीत कौर शीमार। इन्होंने बताया कि किस तरह बच्चों, महिलाओं और सीनियर सिटीज़न के लिए एक कार्यक्रम विशेष शुरू किया गया है, उसके काफ़ी फ़ायदे भी मिल रहे हैं। जस्ट आपको अगर कोई मुश्किल है तो आप थाने जाने से घबरा रहे हैं कि आपकी वहाँ सुनवाई होगी कि नहीं होगी, ऐसी बात मन से निकाल दें। आपको 112 यानी 112 181 यानी कि 181 पे डायल करना है, अपनी शिकायत रजिस्टर करानी है, वो सीधे आपके संबंधित थाने को पोस्ट हो जाएगी, वहाँ भेज दी जाएगी और आप उस पर कार्रवाई भी होगी। अगर आपको लगता है कि आप विशेष तौर पर किसी को मिलना चाहते हैं तो ये इनका ऑफिस जो है पुलिस कमिश्नर के कार्यालय में है, आप इनसे संपर्क कर सकते हैं। अमृतसर से D4 न्यूज़ के लिए दीपक भंडारी की खास रिपोर्ट।